ਮਸੀਹ ਵਿੱਚ ਆਏ ਹੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਕੀ। ਜੈ ਮਸੀਹ ਜੀ। ਸੋ ਅੱਜ ਦਾ ਦਿਨ ਬਹੁਤ ਮੁਬਾਰਕ ਆ। ਵੀਰਵਾਰ ਦਾ ਦਿਨ ਆ। ਸਾਡੇ ਦਿਲ ਦੇ ਵਿੱਚ ਬਹੁਤ ਚਾਹਨਾ ਹੁੰਦੀ ਆ ਕਿ ਅੱਜ ਵੀਰਵਾਰ ਦਾ ਦਿਨ ਆ, ਖੁਦਾ ਦੀ ਬੰਦਗੀ ਦਾ ਦਿਨ ਆ। ਅਸੀਂ ਆਪਣੇ ਘਰ ਦੇ ਵਿੱਚ ਲਾਉਣੀ ਹੁੰਦੀ ਆ ਬੰਦਗੀ, ਪਰ ਕਿਸੇ ਵਜ੍ਹਾ ਦੇ ਨਾਲ, ਲੋਕਡਾਊਨ ਦੀ ਵਜ੍ਹਾ ਦੇ ਨਾਲ ਖੁਦਾ ਦੀਆਂ ਪ੍ਰਾਰਥਨਾ ਸਭਾ ਬੰਦ ਹੋ ਗਈਆਂ। ਅਸੀਂ ਆਪਣੀਆਂ ਹਕੂਮਤਾਂ ਦੇ ਅਧੀਨ ਆ। ਜੋ ਕੁਝ ਵੀ ਸਾਨੂੰ ਸਾਡੀ ਗਵਰਨਮੈਂਟ ਕਹੂਗੀ ਅਸੀਂ ਉਹਨੂੰ ਪੂਰੀ ਤਰ੍ਹਾਂ ਫੋਲੋ ਕਰਾਂਗੇ, ਓਬੇ ਕਰਾਂਗੇ, ਔਰ ਸਾਨੂੰ ਉਹਨਾਂ ਦੇ ਅਧੀਨ ਰਹਿਣਾ ਵੀ ਚਾਹੀਦਾ, ਕਿਉਂਕਿ ਜੋ ਕੁਝ ਵੀ ਸਾਡੀ ਸਰਕਾਰ ਸਾਡੇ ਲਈ ਕਰ ਰਹੀ ਸਾਡੇ ਭਲੇ ਲਈ ਕਰ ਰਹੀ। ਅੱਜ ਅਸੀਂ ਵਚਨ ਪੜ੍ਹਾਂਗੇ ਯਸ਼ਾਇਆ 24 ਬਾਬ ਦੀ 10 ਐਤ। ਖੱਪੀ ਨਗਰ ਤੋੜਿਆ ਗਿਆ, ਖੱਪੀ ਨਗਰ ਤੋੜਿਆ ਗਿਆ, ਹਰ ਘਰ ਲੰਘਣੋਂ ਬੰਦ ਕੀਤਾ ਗਿਆ। ਹਰ ਘਰ ਲੰਘਣੋਂ ਬੰਦ ਕੀਤਾ ਗਿਆ। ਦੇਖੋ ਕਿਹੋ ਜਿਹਾ ਸਮਾਂ ਆ ਗਿਆ ਕਿ ਜਿੱਥੇ ਲੋਕ ਮौज ਮਸਤੀਆਂ ਕਰਦੇ ਸੀ, ਖੱਪੀ ਕਰਦੇ ਸੀ, ਖੱਪਾ ਕਰਦੇ ਸੀ, ਉਹ ਸਾਰਾ ਕੁਝ ਬੰਦ ਕਰ ਦਿੱਤਾ ਗਿਆ। ਔਰ ਪਿਛਲੇ ਦਿਨਾਂ ਦੇ ਵਿੱਚ ਤਾਂ ਅਸੀਂ ਦੇਖਿਆ ਕਿ ਇੰਨੀ ਸਖਤਾਈ ਹੋ ਗਈ ਸੀ ਕਿ ਲੋਕ ਆਪਣੇ ਘਰ ਤੋਂ ਦੂਸਰੇ ਘਰ ਵੀ ਨਹੀਂ ਜਾ ਸਕਦੇ ਸੀ। ਇਹੋ ਜਿਹਾ ਵੀ ਸਮਾਂ ਆ ਗਿਆ ਸੀ। ਔਰ ਪਰ ਬਾਈਬਲ ਦੇ ਇਹਦੇ ਵਿੱਚ ਪਹਿਲੋਂ ਹੀ ਯਸ਼ਾਇਆ ਨਬੀ ਨੇ ਬਿਆਨ ਕੀਤਾ ਸੀਗਾ, ਔਰ ਜੋ ਉਹਨਾਂ ਦੀਆਂ ਭਵਿੱਖਬਾਣੀਆਂ ਉਹ ਕਿਸੇ ਤਰ੍ਹਾਂ ਪੂਰੀਆਂ ਤਾਂ ਹੋਣੀਆਂ ਹੀ ਆ, ਜੋ ਖੁਦਾ ਦੇ ਨਬੀਆਂ ਨੇ ਕਹੀਆਂ। ਔਰ ਦੇਖੋ ਕਿ ਹਰ ਘਰ ਲੰਘਣੋਂ ਬੰਦ ਕੀਤਾ ਗਿਆ। ਔਰ ਕਿਹੋ ਜਿਹਾ ਸਮਾਂ ਆ ਗਿਆ ਕਿ ਬੰਦਾ ਇੱਕ ਦੂਸਰੇ ਤੋਂ ਦੂਸਰੇ ਤੀਸਰੇ ਦੇ ਘਰ ਆਪਣੇ ਨੈਕਸਟ ਡੋਰ ਵੀ ਜਾ ਨਹੀਂ ਸੀ ਸਕਦਾ। ਸੋ ਖੁਦਾ ਦਾ ਪਾਕ ਕਲਾਮ ਹੈ, ਸਾਨੂੰ ਬਹੁਤ ਕੁਝ ਸਿਖਾਉਂਦਾ ਆ। ਔਰ ਅੱਜ ਅਸੀਂ ਇਹਨਾਂ ਗੱਲਾਂ ਦੇ ਉੱਤੇ ਵੀ ਗੌਰ ਕਰਾਂਗੇ ਵੀ ਇਹ ਸਾਡੇ ਨਾਲ ਕਿਉਂ ਹੋਇਆ। ਇਸੇ ਦੀ 24 ਦੀ 8 ਤੇ 9 ਐਤ ਵੀ ਪੜ੍ਹੀਏ। ਡੱਫਾਂ ਦੀ ਖੁਸ਼ੀ ਬੰਦ ਹੋ ਗਈ, ਡੱਫਾਂ ਦੀ ਖੁਸ਼ੀ ਬੰਦ ਹੋ ਗਈ, ਆਨੰਦ ਕਰਨ ਵਾਲਿਆਂ ਦਾ ਰੌਲਾ ਮੁੱਕ ਗਿਆ। ਆਨੰਦ ਕਰਨ ਵਾਲਿਆਂ ਦਾ ਰੌਲਾ ਮੁੱਕ ਗਿਆ। ਬਰਬਤ ਦੀ ਖੁਸ਼ੀ ਬੰਦ ਹੋ ਗਈ, ਬਰਬਤ ਦੀ ਖੁਸ਼ੀ ਬੰਦ ਹੋ ਗਈ। ਕਿਉਂਕਿ ਜਿਸ ਸਮੇਂ ਪਹਿਲੋਂ ਜਿਹੜੇ ਸਮੇਂ ਉਦੋਂ ਥੋੜ੍ਹੇ ਹੀ ਮਿਊਜ਼ੀਕਲ ਇੰਸਟਰੂਮੈਂਟ ਹੁੰਦੇ ਸੀਗੇ, ਡੱਫ ਹੁੰਦੀ ਸੀ, ਬਰਬਤ ਹੁੰਦੀ ਸੀ, ਹੋਰ ਕਈ ਚੀਜ਼ਾਂ ਬੀਨਾਂ ਹੁੰਦੀਆਂ ਸੀਗੀਆਂ। ਅਤੇ ਅੱਜ ਕੱਲ੍ਹ ਤਾਂ ਮਾਡਰਨ ਜ਼ਮਾਨੇ ਦੇ ਵਿੱਚ ਬਹੁਤ ਸਾਰੇ ਨਵੇਂ ਮਿਊਜ਼ੀਕਲ ਇੰਸਟਰੂਮੈਂਟ ਚੱਲ ਪਏ ਆ। ਪਰ ਜਿਸ ਟਾਈਮ ਇਹ ਬਾਈਬਲ ਲਿਖੀ ਗਈ ਉਦੋਂ ਇਹੀ ਹੁੰਦੇ ਸੀਗੇ। ਤਾਂ ਉਹ ਬਿਆਨ ਕਰਦਾ ਕਿ ਡੱਫਾਂ ਦੀ ਜਿਹੜੀ ਖੁਸ਼ੀ ਉਹ ਵੀ ਬੰਦ ਹੋ ਗਈ ਆ, ਔਰ ਆਨੰਦ ਕਰਨ ਵਾਲਿਆਂ ਦਾ ਰੌਲਾ ਮੁੱਕ ਗਿਆ ਹੈ। ਕਿਉਂਕਿ ਹੁਣ ਵਿਆਹ ਸ਼ਾਦੀਆਂ ਨਹੀਂ ਹੋ ਰਹੇ, ਡੀਜੇ ਨਹੀਂ ਚੱਲ ਰਹੇ, ਔਰ ਲੋਕ ਪਾਰਟੀਆਂ ਵਗੈਰਾ ਘਰਾਂ ਵਿੱਚ ਕਰਦੇ ਸੀ, ਉਹ ਵੀ ਬੰਦ ਹੋ ਗਈਆਂ। ਅਤੇ ਹੁਣ ਮਤਲਬ ਜਿਹੜੀ ਆ ਡੱਫਾਂ ਦੀ ਆਵਾਜ਼ ਆ ਬਹੁਤ ਘੱਟ ਕੇ ਨਾ ਮਾਤਰ ਹੀ ਆ ਸੁਣਨ ਨੂੰ ਮਿਲਦੀ ਨਹੀਂ। ਕਿਉਂਕਿ ਜੇ ਕੋਈ ਵਿਆਹ ਸ਼ਾਦੀ ਵੀ ਹੁੰਦਾ ਤਾਂ ਉੱਥੇ 5 ਬੰਦਿਆਂ ਨੂੰ 7 ਬੰਦਿਆਂ ਨੂੰ ਹੀ ਇਜਾਜ਼ਤ ਮਿਲਦੀ ਹੈ ਕਿ ਤੁਸੀਂ ਜਾ ਕੇ 5 ਤੋਂ 7 ਬੰਦੇ ਜਾ ਕੇ ਵਿਆਹ ਸ਼ਾਦੀ ਕਰ ਸਕਦੇ। ਪਾਰਟੀਆਂ ਪੂਟੀਆਂ ਤਾਂ ਬੰਦ ਹੀ ਹੋ ਗਈਆਂ। ਮਤਲਬ ਕਿ ਔਰ ਜੋ ਗੱਲਾਂ ਬਾਈਬਲ ਦੇ ਵਿੱਚ ਸੀਗੀਆਂ ਉਹ ਸਾਰੀਆਂ ਅੱਜ ਪੂਰੀਆਂ ਹੋ ਰਹੀਆਂ ਹਨ। 9 ਐਤ ਵੀ ਪੜ੍ਹੀਏ। ਉਹ ਮੱਧ ਗੀਤ ਦੇ ਨਾਲ ਨਹੀਂ ਪੀਂਦੇ, ਉਹ ਮੱਧ ਜਿਹੜੀ ਆ ਗੀਤਾਂ ਦੇ ਨਾਲ ਨਹੀਂ ਪੀਂਦੇ। ਨਹੀਂ ਤਾਂ ਲੋਕ ਖਾਂਦੇ ਪੀਂਦੇ ਤਾਂ ਗੀਤਾਂ ਦੇ ਨਾਲ ਨੱਚਦੇ ਟੱਪਦੇ ਸੀਗੇ। ਸ਼ਰਾਬ ਉਹਦੇ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ। ਅੱਜ ਕੱਲ੍ਹ ਜਿਹੜੀ ਸ਼ਰਾਬ ਆ ਉਹ ਵੀ ਉਹਨਾਂ ਨੂੰ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ। ਕਿਉਂਕਿ ਉਹ ਜਿਹੜਾ ਸ਼ਾਂਤੀ ਔਰ ਸੰਜਮ ਵਾਲਾ ਜ਼ਮਾਨਾ ਪਹਿਲੋਂ ਸੀਗਾ, ਸੁੱਖ ਸ਼ਾਂਤੀ ਨਾਲ ਰਹਿੰਦੇ ਸੀ, ਉਹਦਾ ਕਰਕੇ ਥੋੜ੍ਹਾ ਜਿਹਾ ਸਾਡੀ ਲਾਈਫ ਦੇ ਵਿੱਚ ਚੇਂਜਸ ਆ ਗਏ ਆ ਲੋਕਡਾਊਨ ਦਾ ਕਰਕੇ। ਓਪਨਲੀ ਮਤਲਬ ਕੋਈ ਬੰਦਾ ਕੁਝ ਵੀ ਕਰ ਨਹੀਂ ਸਕਦਾ। ਔਰ ਹਰ ਬੰਦੇ ਨੂੰ ਇਹ ਆ ਕਿ ਮੈਂ ਕਿਸ ਤਰ੍ਹਾਂ ਆਪਣਾ ਆਉਣ ਵਾਲਾ ਸਮਾਂ ਉਹ ਬਿਤਾਉਣਾ ਆ। ਔਰ ਇਹਦਾ ਹੱਲ ਸਾਡੇ ਕੋਲ ਸਿਰਫ ਇੱਕੋ ਹੀ ਆ ਕਿ ਅਸੀਂ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਦੇ ਵਿੱਚ ਸੌਂਪ ਦਈਏ। ਔਰ ਇੱਕ ਵਚਨ ਹੋਰ ਪੜ੍ਹੀਏ, ਯਸ਼ਾਇਆ 24 ਦੀ 4 ਤੇ 5 ਐਤ ਪੜ੍ਹੀਏ। ਇਹ ਸਾਡੇ ਨਾਲ ਕਿਉਂ ਹੋਇਆ? ਧਰਤੀ ਸੋਗ ਕਰਦੀ ਹੈ ਧਰਤੀ ਸੋਗ ਕਰਦੀ ਹੈ ਅਤੇ ਕੁਮਲਾ ਜਾਂਦੀ ਹੈ, ਅਤੇ ਕੁਮਲਾ ਜਾਂਦੀ ਹੈ। ਜਗਤ ਢਿੱਲਾ ਪੈ ਜਾਂਦਾ, ਜਗਤ ਢਿੱਲਾ ਪੈ ਜਾਂਦਾ ਹੈ। ਦੁਨੀਆ ਦੀ ਸਪੀਡ ਜਿਹੜੀ ਆ ਸਲੋ ਹੋ ਗਈ ਆ ਅਤੇ ਕੁਮਲਾ ਜਾਂਦਾ ਹੈ। ਕੁਮਲਾ ਜਾਂਦਾ ਹੈ। ਧਰਤੀ ਦੇ ਉੱਚੇ ਲੋਕ ਢਿੱਲੇ ਪੈ ਜਾਂਦੇ ਹਨ। ਧਰਤੀ ਦੇ ਉੱਚੇ ਲੋਕ ਜਿਹੜੇ ਆ VIP ਲੋਕ ਆ ਉਹ ਵੀ ਬਹੁਤ ਸਲੋ ਹੋ ਗਏ ਆ। ਧਰਤੀ ਆਪਣੇ ਵਾਸੀਆਂ ਹੇਠ ਪਲੀਤ ਹੋਈ ਹੈ। ਧਰਤੀ ਆਪਣੇ ਵਾਸੀਆਂ ਹੇਠ ਪਲੀਤ ਹੋ ਗਈ ਆ। ਕਿਉਂਕਿ ਲੋਕ ਇਹੋ ਜਿਹਾ ਬਿਜ਼ਨਸਮੈਨ ਹੁੰਦੇ ਸੀ, ਮਤਲਬ ਜਿਹੜੇ ਸਵੇਰ ਸ਼ਾਮ ਏਅਰਲਾਈਨਾਂ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ ਵਿੱਚ ਜਾਂਦੇ ਸੀ। ਲੇਕਿਨ ਜਿਹੜੀ ਜ਼ਿੰਦਗੀ ਆ ਹੁਣ ਸਲੋ ਡਾਊਨ ਹੋ ਗਈ, ਸਲੋ ਹੋ ਗਈ ਆ। ਹੁਣ ਸਾਰੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਬੰਦ ਆ। ਬੱਸਾਂ ਬੰਦ ਹੋ ਗਈਆਂ, ਟ੍ਰੇਨਸ ਬੰਦ ਹੋ ਗਈਆਂ, ਐਰੋਪਲੇਨ ਬੰਦ ਹੋ ਗਏ। ਮਤਲਬ ਦੁਨੀਆ ਜਿਹੜੀ ਉਹਦੀ ਸਪੀਡ ਬਹੁਤ ਸਲੋ ਹੋ ਗਈ ਆ। ਔਰ ਇਸ ਤਰ੍ਹਾਂ ਦਾ ਸਮਾਂ ਅਸੀਂ ਪਹਿਲਾਂ ਕਦੇ ਦੇਖਿਆ ਨਹੀਂ ਸੀ। ਜਿਹੋ ਜਿਹਾ ਸਮਾਂ ਆ ਗਿਆ ਆ। ਲੇਕਿਨ ਖੁਦਾ ਦੀਆਂ ਜਿਹੜੀਆਂ ਪੇਸ਼ਨ ਗੋਈਆਂ ਆ, ਖੁਦਾ ਦੇ ਨਬੀਆਂ ਨੇ ਜਿਹੜੀਆਂ ਗੱਲਾਂ ਲਿਖੀਆਂ ਪਈਆਂ ਉਹ ਪੂਰੀਆਂ ਤਾਂ ਹੋਣੀਆਂ ਹੀ ਹਨ। ਅਤੇ ਹੁਣ ਅਸੀਂ ਇੱਕ 5ਵਾਂ ਵਚਨ ਵੀ ਪੜ੍ਹੀਏ। ਧਰਤੀ ਆਪਣੇ ਵਾਸੀਆਂ ਹੇਠ ਪਲੀਤ ਹੋਈ ਹੈ। ਧਰਤੀ ਆਪਣੇ ਵਾਸੀਆਂ ਹੇਠ ਪਲੀਤ ਹੋਈ ਹੈ। ਕਿਉਂ ਜੋ ਉਹਨਾਂ ਨੇ ਵਿਵਸਥਾ ਦਾ ਉਲੰਘਣ ਕੀਤਾ,
ਇਹ ਸਾਡੇ ਤੇ ਵਿਪਤਾ ਕਿਉਂ ਆਈ ਆ? ਕਿਉਂਕਿ ਲੋਕਾਂ ਨੇ ਵਿਵਸਥਾ ਦਾ ਉਲੰਘਣ ਕੀਤਾ ਹੈ। ਉਹਨਾਂ ਨੇ ਵਿਧੀਆਂ ਨੂੰ ਤੋੜ ਸੁੱਟਿਆ। ਉਹਨਾਂ ਨੇ ਖੁਦਾ ਦੇ ਪਾਕ ਕਲਾਮ ਦੀਆਂ ਵਿਧੀਆਂ ਨੂੰ ਤੋੜ ਸੁੱਟਿਆ ਹੈ। ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਛੱਡਿਆ। ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਛੱਡਿਆ ਹੈ। ਔਰ ਦੇਖੋ ਮਤਲਬ ਜਿਹੜੀ ਇਹ ਸਾਡੇ ਤੇ ਪ੍ਰੋਬਲਮ ਆਈ ਆ ਇਸ ਟਾਈਮ, ਜਿਹੜੀ ਸਾਡੇ ਤੇ ਵਬਾ ਆ, ਇਹ ਸਿਰਫ ਇਸ ਕਰਕੇ ਆਈ ਆ ਕਿ ਅਸੀਂ ਪਰਮੇਸ਼ਵਰ ਦੀ ਵਿਵਸਥਾ ਤੋਂ ਮੂੰਹ ਮੋੜ ਲਿਆ ਹੈ। ਜਦ ਕਿ ਯਸ਼ਾਇਆ 1:8 ਦੇ ਵਿੱਚ ਲਿਖਿਆ ਗਿਆ ਕਿ ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖ ਨਾ ਹੋਵੇ, ਜੋ ਕੁਝ ਵੀ ਤੁਸੀਂ ਕਰੋਗੇ ਉਹ ਸਫਲ ਹੋਵੇਗਾ। ਲੇਕਿਨ ਜਦੋਂ ਇਨਸਾਨਾਂ ਨੇ ਪ੍ਰਭੂ ਦੀ ਵਿਵਸਥਾ ਤੋਂ ਮੂੰਹ ਮੋੜ ਲਿਆ ਤਾਂ ਉਹਦਾ ਕਰਕੇ ਇਹ ਕਹਿਰ, ਇਹ ਸਾਡੇ ਤੇ ਵਬਾ ਅੱਜ ਸਾਡੇ ਉੱਤੇ ਆਈ ਆ ਕਿ ਸਾਰੀ ਜਿਹੜੀ ਦੁਨੀਆ ਆ ਇੱਕਦਮ ਉੱਥੇ ਦੀ ਉੱਥੇ ਹੀ ਖੜੀ ਹੋ ਗਈ ਹੈ। ਔਰ ਇਹਨੂੰ ਬਹੁਤ ਟਾਈਮ ਲੱਗ ਜਾਊਗਾ। ਹੁਣ ਸਾਨੂੰ ਜ਼ਰੂਰਤ ਆ ਕਿ ਅਸੀਂ ਆਪਣੇ ਆਪ ਨੂੰ ਇਹਦੇ ਵਿੱਚੋਂ ਕੱਢਣਾ ਕਿੱਦਾਂ। ਇੱਕ ਅਸੀਂ ਇਹਦੀ ਐਗਜ਼ਾਮਪਲ ਦੇਖਾਂਗੇ ਕਿ ਯੂਨਾ ਨਬੀ ਦੀ ਕਿਤਾਬ 3 ਬਾਬ ਦੀ 10 ਐਤ। ਯੂਨਾ ਨਬੀ ਨੂੰ ਖੁਦਾ ਯਹੋਵਾ ਪਰਮੇਸ਼ਵਰ ਨੇ ਕਿਹਾ ਕਿ ਤੂੰ ਨਿਨਵਾ ਸ਼ਹਿਰ ਦੇ ਵਿੱਚ ਜਾ ਕੇ ਇਸ ਤਰ੍ਹਾਂ ਲੋਕਾਂ ਨੂੰ ਪ੍ਰਚਾਰ ਦੱਸ, ਲੇਕਿਨ ਉਹ ਉਸ ਤੋਂ ਆਪੋਜ਼ਿਟ ਡਾਇਰੈਕਸ਼ਨ ਵਿੱਚ ਚਲਾ ਗਿਆ। ਉੱਥੇ ਸ਼ਿਪ ਦੇ ਵਿੱਚ ਤੂਫਾਨ ਆ ਗਿਆ ਔਰ ਉਹਨਾਂ ਨੇ ਦੁਆਵਾਂ ਪ੍ਰਾਰਥਨਾ ਕੀਤੀਆਂ ਕਿ ਵੀ ਇਹ ਕੋਈ ਦੇਵੀ ਦੇਵਤਾ ਪਤਾ ਨਹੀਂ ਕਿਹਦੀ ਵਜ੍ਹਾ ਨਾਲ ਹੋ ਗਿਆ। ਲੇਕਿਨ ਯੂਨਾ ਨਬੀ ਨੂੰ ਪਤਾ ਲੱਗਾ ਕਿ ਮੈਨੂੰ ਖੁਦਾ ਨੇ ਕਿਹਾ ਸੀ ਕਿ ਤੂੰ ਦੂਸਰੇ ਪਾਸੇ ਜਾ, ਨਿਨਵਾ ਸ਼ਹਿਰ ਨੂੰ ਜਾ, ਲੇਕਿਨ ਉਹ ਤਰਸ਼ੀਸ਼ ਨੂੰ ਚਲਾ ਗਿਆ। ਉੱਥੇ ਉਹਨੇ ਉਹਨੂੰ ਫਿਰ ਕਿਹਾ ਵੀ ਮੈਨੂੰ ਤੁਸੀਂ ਹੁਣ ਇੱਦਾਂ ਕਰੋ, ਸਮੁੰਦਰ 'ਚੋਂ ਬਾਹਰ ਸਿੱਟ ਦਿਓ। ਔਰ ਜਦੋਂ ਬਾਹਰ ਸਿੱਟਿਆ ਤਾਂ ਉਸੇ ਵੇਲੇ ਜਿਹੜਾ ਉਹ ਸ਼ਿਪ ਦੇ ਵਿੱਚ ਸ਼ਾਂਤੀ ਆ ਗਈ, ਤੂਫਾਨ ਰੁਕ ਗਿਆ ਔਰ ਉਹਨੂੰ ਮੱਛੀ ਨੇ ਗਲੱਚ ਲਿਆ। ਔਰ ਬਾਅਦ ਵਿੱਚ 3 ਦਿਨਾਂ ਬਾਅਦ ਜਦੋਂ ਅੰਦਰ ਦੁਆਵਾਂ ਪ੍ਰਾਰਥਨਾ ਕਰਦਾ ਉਹਨੂੰ ਬਾਹਰ ਗਲੱਛਿਆ ਤਾਂ ਉਹਨੂੰ ਫਿਰ ਕਿਹਾ ਵੀ ਤੂੰ ਨਿਨਵਾ ਸ਼ਹਿਰ ਦੇ ਵਿੱਚ ਜਾ। ਉੱਥੇ ਨਿਨਵਾ ਸ਼ਹਿਰ ਦੇ ਵਿੱਚ ਚਲਾ ਗਿਆ ਔਰ ਉੱਥੇ ਜਾ ਕੇ ਜਦੋਂ ਉਹਨੇ ਪ੍ਰਚਾਰ ਕੀਤਾ ਤਾਂ ਲੋਕਾਂ ਨੇ ਮਤਲਬ 3 ਬਾਬ ਦੀ 10 ਐਤ ਪੜ੍ਹੀਏ, ਇਸ ਚੀਜ਼ ਦੇ ਉੱਤੇ ਪਛਤਾਵਾ ਕੀਤਾ। ਯੂਨਾ ਨਬੀ ਦੀ ਕਿਤਾਬ 3 ਬਾਬ ਦੀ 10 ਐਤ। ਜਦ ਪਰਮੇਸ਼ਰ ਨੇ ਉਹਨਾਂ ਦੇ ਕੰਮਾਂ ਨੂੰ ਡਿੱਠਾ, ਜਦ ਪਰਮੇਸ਼ਵਰ ਨੇ ਉਹਨਾਂ ਦੇ ਕੰਮਾਂ ਨੂੰ ਡਿੱਠਾ ਕਿ ਉਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ, ਉਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ, ਤਦ ਪਰਮੇਸ਼ਰ ਨੇ ਉਸ ਬੁਰਾਈ ਤੋਂ ਪਛਤਾਇਆ ਤਦ ਪਰਮੇਸ਼ਵਰ ਉਸ ਬੁਰਾਈ ਤੋਂ ਪਛਤਾਇਆ ਜੋ ਉਸਨੇ ਆਖਿਆ ਸੀ ਜੋ ਉਸਨੇ ਆਖਿਆ ਸੀ ਕਿ ਉਹ ਉਹਨਾਂ ਨਾਲ ਕਰੇਗਾ। ਉਹ ਉਹਨਾਂ ਨਾਲ ਕਰੇਗਾ। ਸੋ ਮਤਲਬ ਕਹਿਣ ਦਾ ਕਿ ਜਦੋਂ ਅਸੀਂ ਆਪਣੀਆਂ ਗਲਤੀਆਂ ਨੂੰ, ਆਪਣੀਆਂ ਖਤਾਵਾਂ ਨੂੰ, ਆਪਣੇ ਸਾਰੀਆਂ ਗੱਲਾਂ ਨੂੰ ਪਰਮੇਸ਼ਵਰ ਦੇ ਸਾਹਮਣੇ ਮੰਨ ਲੈਂਦੇ ਹਾਂ ਤਾਂ ਪਰਮੇਸ਼ਵਰ ਸਾਨੂੰ ਮਾਫ ਕਰ ਦੇਊਗਾ। ਔਰ ਜਦੋਂ ਅਸੀਂ ਸਾਰੇ ਜਿਹੜੇ ਮਿਲ ਕੇ ਦੁਆ ਪ੍ਰਾਰਥਨਾ ਕਰਾਂਗੇ ਤਾਂ ਪਰਮੇਸ਼ਵਰ ਜ਼ਰੂਰ ਸਾਡੀ ਸੁਣੂਗਾ, ਸਾਡੀਆਂ ਦੁਆਈਆਂ ਨੂੰ, ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੂਗਾ ਔਰ ਸਾਡੇ ਤੋਂ ਇਹ ਜਿਹੜਾ ਕਹਿ ਰਿਹਾ ਟਲ ਜਾਊਗਾ। ਇੱਕ ਹੋਰ ਯਸ਼ਾਇਆ 26 ਦੀ 20 ਐਤ ਵੀ ਪੜ੍ਹੀਏ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ, ਕਿੱਦਾਂ ਅਸੀਂ ਪ੍ਰਾਰਥਨਾ ਕਰਨੀ ਹੈ। ਯਸ਼ਾਇਆ 26 ਦੀ 20 ਐਤ। ਹੇ ਮੇਰੀ ਪ੍ਰਜਾ, ਹੇ ਮੇਰੀ ਪ੍ਰਜਾ, ਪਰਮੇਸ਼ਵਰ ਇਸ ਟਾਈਮ ਆਪਣੀ ਪ੍ਰਜਾ ਨੂੰ ਕਹਿ ਰਿਹਾ, ਹੇ ਮੇਰੀ ਪ੍ਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਉੱਤੇ ਆਪਣੇ ਉੱਤੇ ਭੇੜ ਲੈ, ਆਪਣੇ ਬੂਹੇ ਆਪਣੇ ਉੱਤੇ ਭੇੜ ਲੈ, ਥੋੜੇ ਚਿਰ ਲਈ ਆਪਣੇ ਆਪ ਨੂੰ ਲੁਕਾ, ਥੋੜੇ ਚਿਰ ਲਈ ਆਪਣੇ ਆਪ ਨੂੰ ਲੁਕਾ ਲੈ, ਜਦ ਤੱਕ ਕਹਿਰ ਟਲ ਨਾ ਜਾਵੇ, ਜਦ ਤੱਕ ਤੇਰੇ ਤੋਂ ਇਹ ਕਹਿਰ ਟਲ ਨਾ ਜਾਏ। ਦੇਖੋ ਪਰਮੇਸ਼ਵਰ ਦੀ ਬਾਣੀ, ਪਰਮੇਸ਼ਵਰ ਦਾ ਵਚਨ ਸਾਨੂੰ ਕਹਿ ਰਿਹਾ ਕਿ ਹੁਣ ਤੂੰ ਆਪਣੇ ਦਰਵਾਜ਼ੇ ਬੰਦ ਕਰ ਗਏ ਤਾਂ ਆਪਣੇ ਅੰਦਰ ਬੈਠ ਕੇ ਦੁਆ ਪ੍ਰਾਰਥਨਾ ਕਰ ਜਦ ਤੱਕ ਤੇਰੇ ਤੋਂ ਇਹ ਕਹਿਰ ਟਲ ਨਾ ਜਾਏ। ਸੋ ਇਹ ਸਾਡੀਆਂ ਸਿਰਫ ਦੁਆਵਾਂ ਪ੍ਰਾਰਥਨਾਵਾਂ ਹੀ ਹਨ। ਸਾਡੀਆਂ ਜਿਹੜੀਆਂ ਦੁਹਾਈਆਂ ਸਾਨੂੰ ਰੋਜ਼ੇ ਰੱਖ ਕੇ ਖੁਦਾ ਦੇ ਅੱਗੇ ਦੁਹਾਈਆਂ ਦੇਣ ਦੀ ਲੋੜ ਆ ਕਿ ਇਹ ਪਰਮੇਸ਼ਵਰ ਇਹ ਜਿਹੜਾ ਕਰੋਨਾ ਵਾਇਰਸ ਦਾ ਕਹਿ ਰਿਹਾ ਸਾਡੇ ਉੱਤੋਂ ਟਲ ਜਾਏ। ਤਾਂ ਖੁਦਾ ਦੇ ਪਾਕ ਕਲਾਮ ਦੇ ਵਿੱਚ ਲਿਖਿਆ ਕਿ ਜੇ ਅਗਰ ਕੋਈ ਰਾਈ ਦੇ ਦਾਣੇ ਜਿੰਨੇ ਵਿਸ਼ਵਾਸ ਨਾਲ ਪਹਾੜ ਨੂੰ ਕਹੂਗਾ ਪਹਾੜ ਇਹ ਰਸਤਾ ਛੱਡ ਕੇ ਚਲਿਆ ਤੇ ਸੱਚਮੁੱਚ ਉਹ ਪਹਾੜ ਤੁਹਾਡਾ ਰਸਤਾ ਛੱਡ ਜਾਊਗਾ। ਅੱਜ ਸਾਡੇ ਸਾਹਮਣੇ ਜੋ ਵੀ ਕਰੋਨਾ ਵਾਇਰਸ ਦਾ ਪਹਾੜ ਆ, ਇਹ ਸਾਰਾ ਪਹਾੜ ਯਿਸੂ ਮਸੀਹ ਦੇ ਜ਼ਿੰਦਾ ਜਲਾਲੀ ਨਾਂ ਦੇ ਵਿੱਚ ਐਸੇ ਵਕਤ ਸਾਡੇ ਇਸ ਹਿੰਦੁਸਤਾਨ ਸਾਰੀ ਦੁਨੀਆ ਨੂੰ ਛੱਡ ਕੇ ਅਥਾ ਗੜੇ ਵਿੱਚ ਚਲਾ ਜਾਏ ਔਰ ਪਰਮੇਸ਼ਵਰ ਸਾਡੀ ਮਦਦ ਤੇ ਸਹਾਇਤਾ ਕਰੂਗਾ, ਬਸ਼ਰਤੇ ਕਿ ਅਸੀਂ ਪਰਮੇਸ਼ਵਰ ਦੀ ਵਿਵਸਥਾ ਦੇ ਮੁਤਾਬਕ ਚੱਲੀਏ, ਪਰਮੇਸ਼ਵਰ ਦੀ ਵਿਵਸਥਾ ਦੇ ਮੁਤਾਬਕ ਅਸੀਂ ਆਪਣਾ ਜੀਵਨ ਬਸਰ ਕਰੀਏ, ਆਪਣਾ ਜੀਵਨ ਅਸੀਂ ਪਰਮੇਸ਼ਵਰ ਨੂੰ ਦੇ ਦਈਏ ਤਾਂ ਸਾਡੇ ਤੋਂ ਇਹ ਕਹਿਰ ਟਲ ਜਾਊਗਾ। ਇੱਕ ਹੋਰ ਵਚਨ ਦੇਖਾਂਗੇ ਮਤੀ ਰਸੂਲ ਦੀ ਕਿਤਾਬ 6 ਬਾਬ ਦੀ 6 ਵੀ ਹੁਣ ਅਸੀਂ ਦੁਆ ਪ੍ਰਾਰਥਨਾ ਕਰਨੀ ਤਾਂ ਕਿੱਦਾਂ ਕਰਨੀ। ਹਾਂਜੀ ਜਲਦੀ ਪੜ੍ਹੀਏ। ਪਰ ਜਾਂ ਤੂੰ ਪ੍ਰਾਰਥਨਾ ਕਰੇ, ਜਦ ਤੂੰ ਆਪਣੇ ਅੰਦਰ ਵੜ ਕੇ ਪ੍ਰਾਰਥਨਾ ਕਰੇ ਤਾਂ ਆਪਣੀ ਕੋਠੜੀ ਵਿੱਚ ਵੜ, ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ, ਆਪਣਾ ਬੂਹਾ ਭੇੜ ਲਾ, ਆਪਣੇ ਪਿਤਾ ਤੋਂ ਜਿਹੜਾ ਗੁਪਤ ਵਿੱਚ ਹੈ ਪ੍ਰਾਰਥਨਾ ਕਰ, ਆਪਣੇ ਪਿਤਾ ਤੋਂ ਜਿਹੜਾ ਗੁਪਤ ਵਿੱਚ ਹੈ ਪ੍ਰਾਰਥਨਾ ਕਰ, ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਹੈ ਵੇਖਦਾ ਹੈ ਤੈਨੂੰ ਫਲ ਦੇਵੇਗਾ। ਜਦੋਂ ਅਸੀਂ ਗੁਪਤ ਵਿੱਚ ਬੈਠ ਕੇ ਪ੍ਰਾਰਥਨਾਵਾਂ ਕਰਾਂਗੇ ਔਰ ਖੁਦਾ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਊਗਾ ਔਰ ਸਾਡੇ ਤੋਂ ਇਹ ਜਿਹੜਾ ਕਹਿ ਰਿਹਾ ਟਲ ਜਾਊਗਾ। ਕਿਉਂਕਿ ਖੁਦਾ ਦੇ ਪਾਕ ਕਲਾਮ ਦੇ ਵਿੱਚ ਲਿਖਿਆ 91 ਜ਼ਬੂਰ 10 ਐਤ ਦੇ ਵਿੱਚ
ਤੇਰੇ ਨਗਰ- ਉੱਤੇ ਕੋਈ ਬਰਿਆਈ ਨਹੀਂ ਪਵੇਗੀ। ਜਦੋਂ ਅਸੀਂ ਪਰਮੇਸ਼ਵਰ ਦੀ ਵਿਵਸਥਾ ਦੇ ਵਿੱਚ ਪੂਰੀ ਤਰ੍ਹਾਂ ਆ ਜਾਵਾਂਗੇ ਤਾਂ ਖੁਦਾ ਦਾ ਪਾਕ ਕਲਾਮ ਕਹਿੰਦਾ ਕਿ ਤੇਰੇ ਉੱਤੇ ਕੋਈ ਬੁਰਾਈ ਨਹੀਂ ਪਵੇਗੀ, ਨਾ ਕੋਈ ਬਵਾ ਤੇਰੇ ਡੇਰੇ ਕੋਲ ਅਪੜੇਗੀ। ਨਾ ਕੋਈ ਬਵਾ ਤੇਰੇ ਡੇਰੇ ਉੱਤੇ ਆਪੜੇਗੀ। ਔਰ ਪਰਮੇਸ਼ਵਰ ਦਾ ਵਚਨ ਸਾਨੂੰ ਇਹ ਕਹਿ ਰਿਹਾ, ਜਦੋਂ ਅਸੀਂ ਪਰਮੇਸ਼ਵਰ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਮੰਨਣ ਲੱਗ ਪਏ ਤਾਂ ਕੋਈ ਵੀ ਬਵਾ ਸਾਡੇ ਡੇਰੇ ਉੱਤੇ ਨਹੀਂ ਆ ਸਕਦੀ। ਕੋਈ ਵੀ ਵਾਇਰਸ, ਕੋਈ ਵੀ ਕਰੋਨਾ ਵਾਇਰਸ ਸਾਡੇ ਡੇਰਿਆਂ ਦੇ ਉੱਤੇ, ਸਾਡੇ ਘਰਾਂ ਦੇ ਉੱਤੇ ਨਹੀਂ ਆ ਸਕਦਾ। ਕੋਈ ਵੀ ਵਾਇਰਸ ਸਾਡੇ ਨਗਰ ਦੇ ਉੱਤੇ, ਸਾਡੇ ਸ਼ਹਿਰ ਦੇ ਉੱਤੇ, ਸਾਡੇ ਹਿੰਦੁਸਤਾਨ ਦੇਸ਼ ਦੇ ਉੱਤੇ ਨਹੀਂ ਆ ਸਕਦਾ। ਔਰ ਇਹਦਾ ਇੱਕੋ ਹੀ ਇਹੀ ਇਲਾਜ ਆ ਕਿ ਅਸੀਂ ਵੱਧ ਤੋਂ ਵੱਧ ਦੁਆ ਪ੍ਰਾਰਥਨਾ ਕਰੀਏ ਔਰ ਆਪਣਾ ਜੀਵਨ ਪਰਮੇਸ਼ਵਰ ਨੂੰ ਸੌਂਪ ਦਈਏ ਔਰ ਪਰਮੇਸ਼ਵਰ ਸਾਡੀ ਹਰ ਇੱਕ ਗੱਲ ਦੇ ਵਿੱਚ ਮਦਦ ਤੇ ਸਹਾਇਤਾ ਕਰੂਗਾ। ਕਿਉਂਕਿ ਖੁਦਾ ਦਾ ਪਾਕ ਕਲਾਮ ਕਹਿੰਦਾ, ਜਦੋਂ ਇੱਕ ਧਰਮੀ ਬੰਦਾ ਪ੍ਰਾਰਥਨਾ ਕਰਦਾ, ਧਰਮੀ ਬੰਦੇ ਦੀ ਪ੍ਰਾਰਥਨਾ ਦੇ ਵਿੱਚ ਬਹੁਤ ਜ਼ਿਆਦਾ ਦਮ ਹੁੰਦਾ ਹੈ। ਜਿਸ ਤਰ੍ਹਾਂ ਯਕੂਬ 5 ਬਾਬ ਦੇ ਵਿੱਚ ਲਿਖਿਆ ਕਿ ਜਦੋਂ ਏਲੀਆ ਨਬੀ ਨੇ ਪ੍ਰਾਰਥਨਾ ਕੀਤੀ, ਉਹ ਲਿਖਿਆ ਕਿ ਉਹ ਸਾਡੇ ਵਰਗਾ ਏਲੀਆ ਨਬੀ ਇੱਕ ਦੁੱਖ ਸੁੱਖ ਭੋਗਣ ਵਾਲਾ ਆਦਮੀ ਸੀ ਔਰ ਉਹਦੀ ਦੁਆ ਦੇ ਵਿੱਚ ਇੰਨਾ ਅਸਰ ਸੀਗਾ ਕਿ ਉਹਨੇ 3.5 ਸਾਲ ਦੇ ਲਈ ਮੀਂਹ ਬੰਨ ਦਿੱਤਾ। ਔਰ ਜਦੋਂ 3.5 ਸਾਲ ਦੇ ਲਈ ਮੀਂਹ ਬਣ ਸਕਦਾ ਤਾਂ ਕੀ ਗੱਲ ਹੈ, ਜਿਹੜਾ ਵਾਇਰਸ ਹੈ ਇਹਨੂੰ ਨਹੀਂ ਹਟਾ ਸਕਦਾ। ਖੁਦਾ ਸਭ ਕੁਝ ਕਰਨ ਦੀ ਸਾਮਰਥ ਔਰ ਸ਼ਕਤੀ ਰੱਖਦਾ, ਕਿਉਂਕਿ ਖੁਦਾ ਦਾ ਪਾਕ ਕਲਾਮ ਦੱਸਦਾ ਕਿ ਪਰਮੇਸ਼ਵਰ ਸਮੁੰਦਰਾਂ ਦੇ ਵਿੱਚ ਸੁੱਕਾ ਰਸਤਾ ਬਣਾਉਣ ਵਾਲਾ ਪਰਮੇਸ਼ਵਰ ਹੈ। ਪਰਮੇਸ਼ਵਰ ਚਟਾਨਾਂ ਵਿੱਚੋਂ ਪਾਣੀ ਕੱਢਣ ਵਾਲਾ ਪਰਮੇਸ਼ਵਰ ਹੈ ਔਰ ਪਰਮੇਸ਼ਵਰ ਨਾ ਉਮੀਦੀ ਵਿੱਚ ਉਮੀਦ ਪੈਦਾ ਕਰਨ ਵਾਲਾ ਪਰਮੇਸ਼ਵਰ ਹੈ। ਔਰ ਇਹ ਸਿਰਫ ਸਾਨੂੰ ਪ੍ਰਭੂ ਦਾ ਵਚਨ, ਪ੍ਰਭੂ ਦੀ ਬਾਣੀ, ਸਾਡੀਆਂ ਦੁਆਵਾਂ, ਸਾਡੀਆਂ ਪ੍ਰਾਰਥਨਾਵਾਂ ਹੀ ਸਾਨੂੰ ਇਸ ਕਰੋਨਾ ਵਾਇਰਸ ਤੋਂ ਬਚਾ ਸਕਦੀਆਂ ਹਨ। ਖੁਦਾ ਇਹਨਾਂ ਵਚਨਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ। ਆਮੀਨ। ਆਮੀਨ।